ਸਿਮਰਜੀਤ ਮਾਨ ਸਟੇਟਮੈਂਟ ਦਿੰਦੇ ਨੇ ਜਿਹੜੇ ਇੱਥੋਂ ਦੇ ਵਿਦਿਆਰਥੀ ਉੱਥੇ ਗਏ ਨੇ, ਜੇ ਉਹਨਾਂ ਨੇ ਨਮਕ ਖਾਧਾ ਯੂਕਰੇਨ ਦਾ, ਉਹ ਛੱਡ ਕੇ ਦੇਸ਼ ਵਾਪਸ ਨਾ ਆਉਣ, ਉੱਥੇ ਹਥਿਆਰ ਚੁੱਕ ਲੈਣ। ਤੁਸੀਂ ਸਿਮਰਜੀਤ ਮਾਨ ਨੂੰ ਸੀਰੀਅਸਲੀ ਲੈਂਦੇ ਜੇ? ਆਈ ਡੋਂਟ ਟੇਕ ਹਿਮ ਸੀਰੀਅਸਲੀ ਐਟ ਆਲ। ਉਹਦਾ ਕੀ ਪਤਾ ਕਦੋਂ ਉਹ ਕਹੇਗਾ ਅਮਰੀਕਾ 'ਤੇ ਅਟੈਕ ਕਰ ਦਿਓ। ਤੇ ਜੇ ਤੂੰ ਉਹਨੂੰ ਇੰਨਾ ਹੀ ਬਈ ਦਰਦ ਹੈ, ਜੇ ਤੂੰ ਇੰਨਾ ਹੀ ਖਿਲਾਫ ਹੈ ਰਸ਼ੀਆ ਦੇ ਜਾਂ ਕਿਸੇ ਦੇ, ਤੁਹਾਨੂੰ ਪਤਾ ਵੀ ਹੋ ਰਿਹਾ, ਤੇ ਫਿਰ ਐਂ ਕਰਨਾ ਇੱਕ ਚਾਰਟਰਡ ਪਲੇਨ ਲੈ, ਆਪਦੀ ਸਾਰੀ ਟੀਮ ਲੈ ਕੇ ਉੱਥੇ ਬਹਿ ਜਾ। ਕੋਈ ਲੀਡਰ ਤਾਂ ਚਾਹੀਦਾ ਨਾ, ਸਟੂਡੈਂਟ ਥੋੜ੍ਹੀ ਹਥਿਆਰ ਫੜ ਲੂਗਾ। ਤੂੰ ਜਾ ਕੇ ਲੀਡ ਕਰ ਉਹਨਾਂ ਨੂੰ। ਤੇ ਮਨ ਦੀ ਲਾਲਸਾ ਤਾਂ ਇਹ ਹੈ, ਲਾਲਸਾ ਜਦੋਂ ਬੰਦੇ ਕੋਲ ਪਾਵਰ ਆਉਂਦੀ ਹੈ ਨਾ, ਔਰ ਉਹ ਪਾਵਰ ਤੋਂ ਬਾਅਦ ਫਿਰ ਬੰਦੇ ਦਾ ਥੋੜ੍ਹੀ ਜਿਹੀ ਲਾਲਸਾ ਵੱਧਦੀ ਹੈ ਜਾਂ ਦਿਮਾਗ ਖਰਾਬ ਹੁੰਦਾ ਹੀ ਹੁੰਦਾ। ਜਿਹੜੀ ਇਹ ਲੜਾਈ ਹੋਈ ਹੈ ਨਾ, ਇਹਦਾ ਜ਼ਿੰਮੇਵਾਰ ਯੂਨਾਈਟਿਡ ਸਟੇਟ ਹੈ। ਔਰ ਅਗਰ ਯੂਨਾਈਟਿਡ ਸਟੇਟ ਅੱਜ ਚਾਹੇ ਤੇ ਅੱਜ ਇਹ ਲੜਾਈ ਬੰਦ ਹੋ ਸਕਦੀ ਹੈ। ਯੂਨਾਈਟਿਡ ਸਟੇਟਸ ਨੂੰ ਤਾਂ ਬੜਾ ਵੱਡਾ ਫਾਇਦਾ ਹੋ ਗਿਆ ਕਿ ਰੂਸ ਨੂੰ ਉਹਨਾਂ ਨੇ ਫਸਾਤਾ। ਜੋ ਰੂਸ ਨੇ ਗੇਨ ਕੀਤਾ ਸੀ ਪਿਛਲੇ 15 ਸਾਲਾਂ 'ਚ, ਉਹਨੂੰ ਵਾਪਸ ਜ਼ੀਰੋ ਕਰਨਾ, ਉੱਥੇ ਲਿਆਉਣਾ ਉਹਨੂੰ ਇਕਨੋਮਿਕਲੀ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਯੂਕਰੇਨ ਦਾ 10 ਲੱਖ ਬੰਦਾ ਮਰ ਜੇ, ਭਾਵੇਂ 20 ਲੱਖ ਬੰਦਾ ਮਰ ਜੇ, ਉਹਨਾਂ ਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਅਫਗਾਨਿਸਤਾਨ ਦਾ ਵੀ ਬੇੜਾ ਗਰਕ ਕੀਤਾ। ਅਫਗਾਨਿਸਤਾਨ ਦੇ ਵਿੱਚ ਮਿਲੀਅਨਸ ਆਫ ਪੀਪਲ ਐਂਡ ਬੱਚੇ ਔਰ ਲੇਡੀਜ਼ ਜਿਹੜੀਆਂ ਰੋਂਦੀਆਂ ਰਹੀਆਂ, ਤੇ ਇਹ ਛੱਡ ਕੇ ਭੱਜ ਆਏ। ਰਸ਼ੀਆ ਇਹ ਕਹਿ ਰਿਹਾ ਹੈ ਕਿ ਇਹ ਨਾਟੋ ਦੇ ਵਿੱਚ ਸ਼ਾਮਲ ਹੋ ਰਿਹਾ। ਅਗਰ ਇਹ ਨਾਟੋ 'ਚ ਸ਼ਾਮਲ ਹੋ ਜਾਂਦਾ ਤੇ ਫਿਰ ਇੱਥੇ ਸਾਰੇ ਨਾਟੋ ਦੀਆਂ ਫੋਰਸਿਸ, ਅਮਰੀਕਨ ਫੋਰਸਿਸ ਸਾਰੀਆਂ ਆ ਕੇ ਯੂਕਰੇਨ 'ਚ ਬਹਿ ਜਾਣਗੀਆਂ ਤੇ ਮੇਰੀਆਂ ਤਾਂ ਜੜ੍ਹਾਂ ਜਾ ਕੇ ਮਿਸਾਈਲਾਂ ਲੱਗ ਜਾਣਗੀਆਂ। ਅੱਜ ਬਾਈਡਨ ਕਹਿ ਦੇ, ਉਹ ਕਹਿੰਦਾ ਮੈਨੂੰ ਗਰੰਟੀ ਦਿਓ ਕਿ ਤੁਸੀਂ ਇਹਨੂੰ ਨਾਟੋ 'ਚ ਸ਼ਾਮਲ ਨਹੀਂ ਕਰੋਗੇ। ਅੱਜ ਬਾਈਡਨ ਕਹਿ ਦੇ ਕਿ ਓਕੇ ਵੀ ਗਿਵ ਯੂ ਰਿਟਨ ਗਰੰਟੀ, ਅੱਜ ਇਹ ਫੈਕਸ ਕਰ ਦਿਓ ਉਹਨੂੰ ਕਿ ਹੀ ਵਿਲ ਨਾਟ ਬੀ, ਅਸੀਂ ਇਹਨੂੰ ਸ਼ਾਮਲ ਨਹੀਂ ਕਰਾਂਗੇ, ਤੇ ਅੱਜ ਲੜਾਈ ਬੰਦ ਹੋ ਜਾਂਦੀ ਹੈ। ਜਿਹੜੇ ਯੂਕਰੇਨ ਵਿੱਚ ਮਰਦੇ ਨੇ ਇਸ ਸਮੇਂ ਆਮ ਨਾਗਰਿਕ, ਉਸ ਦਾ ਦੋਸ਼ੀ ਕੌਣ ਹੈ? ਅਸਲ 'ਚ ਦੋਸ਼ੀ ਕੌਣ ਹੈ? ਅਸਲ ਦੋਸ਼ੀ ਇਹ ਨਾਟੋ ਕੰਟਰੀਜ਼ ਨੇ ਸਾਰੇ, ਜਿਹੜੇ ਉਹਨੂੰ ਪੰਗਾ ਲੈ ਕੇ ਦਿੰਦੇ ਰਹੇ ਕਿ ਅਸੀਂ ਤੇਰੇ ਨਾਲ ਹਾਂ, ਹਮ ਆਏਂਗੇ। ਇਹ ਸਾਰੇ ਜਿਹੜੇ ਹੁਣ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬੜਾ ਬੋਲ ਰਿਹਾ, ਫਿਰ ਜਾਂਦੇ ਕਿਉਂ ਨਹੀਂ ਜੀ ਅੱਗੇ? ਇਹ ਕਿਉਂਕਿ ਆਰਥਿਕ ਪੱਖੋਂ ਜਿਹੜਾ ਰਸ਼ੀਆ ਸੀ ਉਹ ਬਹੁਤ ਕਮਜ਼ੋਰ ਹੋ ਗਿਆ ਸੀ, ਤੋ ਇਸ ਕਰਕੇ ਹੀ ਉਹਦਾ ਜਿਹੜਾ ਉਹ ਦੇਸ਼ ਟੁੱਟਿਆ। ਉਦੋਂ ਤੋਂ ਲੈ ਕੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਵੀ ਸਾਡਾ ਐਡਾ ਵੱਡਾ ਮੁਲਕ ਸੀ, ਸਾਡਾ ਮੁਲਕ ਟੁਕੜੇ ਟੁਕੜੇ ਹੋ ਗਿਆ। ਅਤੇ ਉਹ ਹੁਣ ਜਦੋਂ ਪੁਟਨ ਨੇ ਇਹਨੂੰ ਸੰਭਾਲਿਆ ਪਿਛਲੇ 10-15 ਸਾਲਾਂ ਤੋਂ, ਔਰ ਇਹਨੂੰ ਵਾਪਸ ਟਰੈਕ 'ਤੇ ਲੈ ਆਂਦਾ, ਅਤੇ ਹੁਣ ਉਹਨਾਂ ਦੀ ਮਨ ਦੀ ਮਨਸ਼ਾ ਇਹ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਤੋਂ ਟੁੱਟੇ ਸੀ ਇਸੇ ਦੇ ਕਬਜ਼ਾ ਕਰਕੇ ਵਾਪਸ ਉਹੀ USSR ਜਿਹੜਾ ਉਹ ਬਣਾਇਆ ਜਾਵੇ। ਅਖੀਰਲੀ ਗੱਲ ਟੇਬਲ 'ਤੇ ਬੈਠ ਕੇ ਹੋਏਗੀ। ਕੋਈ ਵੀ ਸੋਲੂਸ਼ਨ ਜਿਹੜਾ ਉਹ ਗੱਲ ਤਾਂ ਟੇਬਲ 'ਤੇ ਨਿਪਟਦੀ ਹੈ। ਲੜਾਈਆਂ 'ਚ ਤਾਂ ਕਦੀ ਕੋਈ ਫੈਸਲੇ ਹੁੰਦੇ ਨਹੀਂ। ਲੜਾਈ ਤਾਂ ਵਧਾ ਲਓ ਜਿੰਨੀ ਮਰਜ਼ੀ, ਨੈਗੋਸੀਏਸ਼ਨ ਤਾਂ ਟੇਬਲ 'ਤੇ ਹੀ ਹੋਏਗੀ। ਉਹ ਕਿੰਨੀ ਜਲਦੀ ਹੁੰਦੀ ਹੈ, ਕਿਉਂਕਿ ਅਜੇ ਕੋਈ ਵੀ ਬੰਦਾ ਇੰਟਰਸਟਿਡ ਹੈ ਨਹੀਂ ਨੈਗੋਸੀਏਸ਼ਨ 'ਚ। ਯੂਰਪੀਅਨ ਯੂਨੀਅਨ ਇੰਟਰਸਟਿਡ ਹੈ ਨਹੀਂ, ਨਾਟੋ ਇੰਟਰਸਟਿਡ ਹੈ ਨਹੀਂ, ਅਮਰੀਕਾ ਇੰਟਰਸਟਿਡ ਹੈਗੀ ਨਹੀਂ ਬਿਲਕੁਲ ਵੀ। ਉਹ ਕਹਿੰਦੇ ਤੁਹਾਨੂੰ ਹਥਿਆਰ ਦੇਵਾਂਗੇ, ਅਸੀਂ ਹਥਿਆਰ ਦੇਵਾਂਗੇ। ਉਧਰ ਦੇ ਪਾਸੇ ਕੋਈ ਨਹੀਂ ਜਾ ਰਿਹਾ ਕਿ ਪੁਟਨ ਨਾਲ ਗੱਲ ਕਰੋ, ਬਈ ਤੈਨੂੰ ਜੋ ਚਾਹੀਦਾ ਦੱਸ ਕੀ ਚਾਹੀਦਾ। ਨਹੀਂ ਲੈਂਦੇ ਅਸੀਂ ਨਾਟੋ 'ਚ, ਯਾਰ ਜਾ। ਕਮ ਸੇ ਕਮ ਜਿਹੜੇ ਲੋਕ ਮਰਨ ਨੇ ਉਹ ਲੋਕ ਤਾਂ ਨਾ ਮਰਨ। ਲੋਕ ਨਾ ਮਰਨ, ਦੇਖੋ ਸਾਰਾ ਕੰਟਰੀ ਡਿਸਟਰਾਏ ਹੋ ਰਿਹਾ। ਲੋਕ ਨਾ ਮਰਨ, ਉਹਨਾਂ ਦੀਆਂ ਸਾਰੀਆਂ ਪ੍ਰੋਪਰਟੀਆਂ ਡਿਸਟਰਾਏ ਹੋ ਗਈਆਂ, ਉਹਨਾਂ ਦੇ ਬਿਜ਼ਨਸ ਡਿਸਟਰਾਏ ਹੋ ਗਏ, ਉਹਨਾਂ ਨੂੰ ਤੁਸੀਂ ਨੰਗ ਮਲੰਗ ਕਰਕੇ ਸੜਕਾਂ 'ਤੇ ਬਿਠਾ ਦਿੱਤਾ, ਤੇ ਕਿੱਡਾ ਵੱਡਾ ਨੁਕਸਾਨ ਹੈ। ਕਿ ਵਾਕਈ ਹਰ ਇੱਕ ਦੇਸ਼ ਸ਼ਕਤੀਸ਼ਾਲੀ ਬਣਨਾ ਚਾਹੁੰਦਾ ਹੈ, ਕਿ ਹਰ ਇੱਕ ਦੇਸ਼ ਦੇ ਮਨ ਵਿੱਚ ਇਹੀ ਆਉਂਦਾ ਕਿ ਮੈਂ ਸ਼ਕਤੀਸ਼ਾਲੀ ਬਣ ਜਾ ਤੇ ਕੱਲ੍ਹ ਨੂੰ ਕਿਸੇ ਵੀ ਦੇਸ਼ ਨੂੰ ਦਬਾ ਸਕਦਾ। ਇਸੇ ਤਰੀਕੇ ਨਾਲ ਜੰਗ ਲੜੀ ਹੋਈ ਹੈ। ਕਿਹਾ ਜਾ ਰਿਹਾ ਕਿ ਅਮਰੀਕਾ, ਜਿਸ ਨੇ ਪਹਿਲਾਂ ਹੱਥਾਂ 'ਤੇ ਚੱਕ ਲਿਆ ਯੂਕਰੇਨ ਨੂੰ, ਜੰਗ ਲੜਵਾ ਦਿੱਤੀ, ਬਾਅਦ ਵਿੱਚ ਪੈਰ ਪਿੱਛੇ ਪੁੱਟ ਗਿਆ। ਅਮਰੀਕਾ ਦੀ ਚਲਾਕੀ ਕਹਿ ਲਈਏ, ਜਾਂ ਅਮਰੀਕਾ ਜਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਉੱਤੇ ਹਾਵੀ ਹੋਣਾ ਚਾਹੁੰਦਾ ਹੈ, ਉਸ ਦੇ ਪੱਖ ਦੇਖ ਲਈਏ ਤਾਂ ਸਾਡੇ ਨਾਲ ਮੌਜੂਦ ਨੇ ਕੈਪਟਨ ਚੰਨਣ ਸਿੰਘ। ਚਰਚਾ ਇਹਨਾਂ ਨਾਲ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਪਾਵਰਫੁਲ ਬਣਨ ਦੇ ਚੱਕਰਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਹਮੇਸ਼ਾ ਗੋਲੀ ਦਾ ਨਿਸ਼ਾਨਾ ਬਣਦੇ ਨੇ। ਸਾਡੇ ਮੌਜੂਦ ਨੇ ਕੈਪਟਨ ਚੰਨਣ ਸਿੰਘ। ਸਭ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਵਿਜੇ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਪਹਿਲਾਂ ਮੈਂ ਸਵਾਲ ਇਹ ਹੈ ਕਿ ਤੁਸੀਂ ਵੀ ਕੈਪਟਨ ਰਹੇ ਹੋ, ਫੌਜ ਵਿੱਚ ਰਹੇ ਹੋ। ਜਦੋਂ ਵੀ ਕਿਸੇ ਦੇਸ਼ ਉੱਪਰ ਅਟੈਕ ਹੁੰਦਾ ਜਾਂ ਜੰਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਲੋਕ ਨੇ, ਜਿਹੜੇ ਆਮ ਨਾਗਰਿਕ ਨੇ, ਉਹ ਦੇਸ਼ ਦੇ ਮਾਰੇ ਜਾਂਦੇ ਨੇ। ਹੁਣ ਤਾਂ ਕਈ ਦੇਸ਼ ਵੀ ਖਾਲੀ ਕਰਦੇ ਨੇ ਯੂਕਰੇਨ ਦੇ ਵਿੱਚ। ਇਸ ਦਾ ਹੱਲ ਕੀ ਹੈ? ਕਿਉਂਕਿ ਕਈ ਕਹਿੰਦੇ ਨੇ ਟੇਬਲ 'ਤੇ ਹੱਲ ਹੋਊਗਾ, ਕਈ ਗਰਮ ਖਿਆਲੀ ਕਹਿੰਦੇ ਨੇ ਵੀ ਹਥਿਆਰ ਚੱਕ ਲਓ। ਹੱਲ ਕੀ ਇਸ ਚੀਜ਼ ਦਾ? ਦੇਖੋ, ਇਹ ਜਦੋਂ ਦਾ ਰਸ਼ੀਆ ਡਿਸਇੰਟੀਗ੍ਰੇਟਡ ਹੋਇਆ ਕੋਲਡ ਵਾਰ ਤੋਂ ਬਾਅਦ, ਤੇ ਇਹਨਾਂ ਦੇ 8-10 ਮੁਲਕ ਜਿਹੜੇ ਨੇ ਟੁੱਟ ਕੇ ਬਣ ਗਏ। ਇਹ ਕਿਉਂਕਿ ਆਰਥਿਕ ਪੱਖੋਂ ਜਿਹੜਾ ਰਸ਼ੀਆ ਸੀ ਉਹ ਬਹੁਤ ਕਮਜ਼ੋਰ ਹੋ ਗਿਆ ਸੀ, ਤੋ ਇਸ ਕਰਕੇ ਹੀ ਉਹਦਾ ਜਿਹੜਾ ਉਹ ਦੇਸ਼ ਟੁੱਟਿਆ।
ਉਦੋਂ ਤੋਂ ਲੈ ਕੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਵੀ ਸਾਡਾ ਐਡਾ ਵੱਡਾ ਮੁਲਕ ਸੀ, ਸਾਡਾ ਮੁਲਕ ਟੁਕੜੇ ਟੁਕੜੇ ਹੋ ਗਿਆ। ਤੇ ਉਹ ਹੁਣ ਜਦੋਂ ਪੁਟਨ ਨੇ ਇਹਨੂੰ ਸੰਭਾਲਿਆ ਪਿਛਲੇ 10-15 ਸਾਲਾਂ ਤੋਂ ਔਰ ਇਹਨੂੰ ਵਾਪਸ ਟਰੈਕ ਤੇ ਲੈ ਆਂਦਾ, ਤੇ ਹੁਣ ਉਹਨਾਂ ਦੀ ਮਨ ਦੀ ਮਨਸ਼ਾ ਇਹ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਤੋਂ ਟੁੱਟੇ ਸੀ ਇਸੇ ਤੇ ਕਬਜ਼ਾ ਕਰਕੇ ਵਾਪਸ ਉਹੀ USSR ਜਿਹੜਾ ਉਹ ਬਣਾਇਆ ਜਾਵੇ। ਤੇ ਮਨ ਦੀ ਲਾਲਸਾ ਤਾਂ ਇਹ ਹੈ, ਲਾਲਸਾ ਜਦੋਂ ਬੰਦੇ ਕੋਲ ਪਾਵਰ ਆਉਂਦੀ ਹੈ ਨਾ, ਔਰ ਉਹ ਪਾਵਰ ਤੋਂ ਬਾਅਦ ਫਿਰ ਬੰਦੇ ਦਾ ਥੋੜ੍ਹੀ ਜਿਹੀ ਲਾਲਸਾ ਵੱਧਦੀ ਹੈ ਜਾਂ ਦਿਮਾਗ ਖਰਾਬ ਹੁੰਦਾ ਹੀ ਹੁੰਦਾ। ਤੇ ਉਹ ਇਸ ਕਰਕੇ ਉਹਨਾਂ ਨੇ ਅਟੈਕ ਕੀਤਾ। ਤੇ ਜਿੱਥੋਂ ਤੱਕ ਤੁਸੀਂ ਯੂਨਾਈਟਿਡ ਸਟੇਟ ਦੀ ਗੱਲ ਕੀਤੀ ਹੈ ਨਾ, ਜਿਹੜੀ ਇਹ ਲੜਾਈ ਹੋਈ ਹੈ ਨਾ, ਇਹਦਾ ਜ਼ਿੰਮੇਵਾਰ ਹੀ ਯੂਨਾਈਟਿਡ ਸਟੇਟ ਹੈ। ਔਰ ਅਗਰ ਯੂਨਾਈਟਿਡ ਸਟੇਟ ਅੱਜ ਚਾਹੇ ਤੇ ਅੱਜ ਇਹ ਲੜਾਈ ਬੰਦ ਹੋ ਸਕਦੀ ਹੈ। ਯੂਨਾਈਟਿਡ ਸਟੇਟਸ ਨੂੰ ਤਾਂ ਬੜਾ ਵੱਡਾ ਫਾਇਦਾ ਹੋ ਗਿਆ ਕਿ ਰੂਸ ਨੂੰ ਉਹਨਾਂ ਨੇ ਫਸਾਤਾ, ਲਿਆ ਕੇ ਇਸ ਜਗ੍ਹਾ ਤੇ ਫਸਾਇਆ ਤੇ ਆਈਸੋਲੇਟ ਕਰ ਦਿੱਤਾ। ਆਈਸੋਲੇਟ ਕਰਕੇ ਪ੍ਰਤੀਬੰਧ ਲਾਤੇ ਕਿ ਜੋ ਰੂਸ ਨੇ ਗੇਨ ਕੀਤਾ ਸੀ ਪਿਛਲੇ 15 ਸਾਲਾਂ 'ਚ ਉਹਨੂੰ ਵਾਪਸ ਜ਼ੀਰੋ ਕਰਨਾ, ਉੱਥੇ ਲਿਆਉਣਾ ਉਹਨੂੰ ਇਕਨੋਮਿਕਲੀ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਯੂਕਰੇਨ ਦਾ 10,000 ਲੱਖ ਬੰਦਾ ਮਰ ਜੇ, ਭਾਵੇਂ 20 ਲੱਖ ਬੰਦਾ ਮਰ ਜੇ, ਉਹਨਾਂ ਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਅਫਗਾਨਿਸਤਾਨ ਦਾ ਵੀ ਬੇੜਾ ਗਰਕ ਕੀਤਾ। ਅਫਗਾਨਿਸਤਾਨ ਦੇ ਵਿੱਚ ਮਿਲੀਅਨਸ ਆਫ ਪੀਪਲ ਐਂਡ ਬੱਚੇ ਔਰ ਲੇਡੀਜ਼ ਜਿਹੜੀਆਂ ਰੋਂਦੀਆਂ ਰਹੀਆਂ ਤੇ ਇਹ ਛੱਡ ਕੇ ਭੱਜ ਆਏ। ਔਰ ਇਹਨਾਂ ਨੇ ਜਿਸ ਮੁਲਕ 'ਚ ਵੀ ਇਹ ਗਏ, ਇਹਨਾਂ ਨੇ ਆਪ ਦਾ ਫਾਇਦਾ ਕੀਤਾ, ਇਹਨਾਂ ਨੇ ਕਿਸੇ ਦਾ ਕੋਈ ਫਾਇਦਾ ਨਹੀਂ ਕੀਤਾ। 71 ਵਾਰ 'ਚ ਇਹਨਾਂ ਨੇ ਪਾਕਿਸਤਾਨ ਨੂੰ ਛੱਡਿਆ, 7 ਫਲੀਟ ਲੈ ਆਂਦਾ ਜੀ, ਇਹ ਲੈ ਆਂਦਾ, ਦੋ ਮੁਲਕਾਂ ਦੋ ਤੋੜਤਾ। ਹਿੰਦੁਸਤਾਨ ਦੀ ਫੌਜ ਨੇ 2 ਮੁਲਕ ਕਰ ਦਿੱਤੇ। ਕਿਤੇ ਵੀ ਜਿਹੜਾ ਅਮਰੀਕਾ ਹੈ ਉਹ ਕਦੀ ਵੀ ਕਿਸੇ ਨਾਲ ਸਟੈਂਡ ਨਹੀਂ ਹੋਇਆ। ਜੇ ਉਹਨਾਂ ਦਾ ਆਪ ਦਾ ਇੰਟਰਸਟ ਇਨਵੋਲਵਡ ਹੈ ਤੇ ਫਿਰ ਸਟੈਂਡ ਕਰਨਗੇ, ਜੇ ਆਪਣਾ ਇੰਟਰਸਟ ਨਹੀਂ ਇਨਵੋਲਵਡ ਹੈ ਤਾਂ ਉਹਨਾਂ ਦਾ ਕੋਈ ਦੋਸਤ ਨਹੀਂ ਹੈ ਦੁਨੀਆ 'ਚ। ਅੱਜ ਅਗਰ ਜੋ ਬਾਈਡਨ ਇਹ ਕਹਿ ਦੇ, ਉਹ ਕੀ ਕਹਿੰਦਾ ਰਸ਼ੀਆ ਇਹ ਕਹਿ ਰਿਹਾ ਹੈ ਕਿ ਇਹ ਨਾਟੋ ਦੇ ਵਿੱਚ ਸ਼ਾਮਲ ਹੋ ਰਿਹਾ। ਅਗਰ ਇਹ ਨਾਟੋ 'ਚ ਸ਼ਾਮਲ ਹੋ ਜਾਂਦਾ ਤੇ ਫਿਰ ਇੱਥੋਂ ਸਾਰੇ ਨਾਟੋ ਦੀਆਂ ਫੋਰਸਿਸ, ਅਮਰੀਕਨ ਫੋਰਸਿਸ ਸਾਰੀਆਂ ਆ ਕੇ ਯੂਕਰੇਨ 'ਚ ਬਹਿ ਜਾਣਗੀਆਂ ਤੇ ਮੇਰੀਆਂ ਤਾਂ ਜੜ੍ਹਾਂ ਜਾ ਕੇ ਮਿਸਾਈਲਾਂ ਲੱਗ ਜਾਣਗੀਆਂ। ਅੱਜ ਬਾਈਡਨ ਕਹਿ ਦੇ, ਉਹ ਕਹਿੰਦਾ ਮੈਨੂੰ ਗਰੰਟੀ ਦਿਓ ਵੀ ਤੁਸੀਂ ਇਹਨੂੰ ਨਾਟੋ 'ਚ ਸ਼ਾਮਲ ਨਹੀਂ ਕਰੋਗੇ। ਅੱਜ ਬਾਈਡਨ ਕਹਿ ਦੇ ਕਿ ਓਕੇ ਵੀ ਗਿਵ ਯੂ ਰਿਟਨ ਗਰੰਟੀ, ਅੱਜ ਇਹ ਫੈਕਸ ਕਰ ਦਿਓ ਉਹਨੂੰ ਕਿ ਹੀ ਵਿਲ ਨਾਟ ਬੀ, ਅਸੀਂ ਇਹਨੂੰ ਸ਼ਾਮਲ ਨਹੀਂ ਕਰਾਂਗੇ, ਤੇ ਅੱਜ ਹੀ ਲੜਾਈ ਬੰਦ ਹੋ ਜਾਂਦੀ ਹੈ। ਉਹਨਾਂ ਦਾ ਝਗੜਾ ਕੀ ਹੈ? ਝਗੜਾ ਤਾਂ ਹੀ ਹੈ ਨਾ। ਤੇ ਉਹ ਕਹਿੰਦਾ ਨਹੀਂ ਅਸੀਂ ਹਥਿਆਰ ਵੀ ਦੇਵਾਂਗੇ। ਉਸ ਗੱਲ 'ਤੇ ਨਹੀਂ ਆ ਰਿਹਾ ਕਿ ਨਾਟੋ ਦੇ, ਜੇ ਨਾਟੋ ਮੁਲਕ ਹੁੰਦਾ ਤੇ ਫਿਰ ਨੈਚੁਰਲੀ ਸਾਰੀਆਂ ਫੋਰਸਿਸ ਨੂੰ ਆਉਣਾ ਪੈਣਾ ਸੀ, ਇਹਨੂੰ ਡਿਫੈਂਡ ਕਰਨਾ ਪੈਣਾ ਸੀ। ਤੇ ਉਹ ਕਿਉਂਕਿ ਦੇਖੋ 2014 ਦੇ ਵਿੱਚ ਤਾਂ ਉਹਨਾਂ ਨੇ ਅੱਧਾ ਪਾਰਟ ਜਿਹੜਾ ਸੀ ਉਹ ਬਲੈਕ ਸੀ ਦਾ ਜਿਹੜਾ ਸੀ ਉਹ ਖੋਹ ਲਿਆ, ਕ੍ਰੀਮੀਆ ਵਗੈਰਾ ਪਹਿਲਾਂ ਖੋਹ ਲਿਆ ਸੀ। ਤੇ ਉਹ ਇਹਨੂੰ ਇਹ ਸੀ ਵੀ ਮੈਂ ਜਾਊਂਗਾ, 4 ਦਿਨ ਦਾ ਪਲਾਨ ਲੈ ਕੇ ਚੱਲੇ ਸੀ ਐਜ਼ ਪਰ ਜੋ ਆ ਰਿਹਾ ਅੱਜ ਕੱਲ੍ਹ ਕਿ 4 ਦਿਨਾਂ ਦੇ ਵਿੱਚ ਕਬਜ਼ਾ ਹੋ ਜਾਊਗਾ। 4 ਦਿਨਾਂ ਦੇ ਵਿੱਚ ਕਬਜ਼ਾ ਜਿਹੜਾ ਤਾਂ ਹੋ ਸਕਦਾ ਜੇ ਅੱਗੇ ਕੋਈ ਫੌਜ ਹੋਵੇ ਹੀ ਨਾ। ਉਹਨਾਂ ਕੋਲੇ ਸਟੈਂਡਿੰਗ 2 ਲੱਖ ਦੀ ਆਰਮੀ ਸੀਗੀ, ਔਰ ਉਹ ਆਰਮੀ ਇੰਨਾ ਇੰਟੈਲੀਜੈਂਟਲੀ ਜਿਹੜੀ ਉਹ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਰਸ਼ੀਆ ਨੂੰ ਡਾਇਰੈਕਟ ਕਨਫਰੰਟਰੇਟ ਹੀ ਨਹੀਂ ਕੀਤਾ। ਕਿਉਂ? ਉਹਨਾਂ ਨੂੰ ਪਤਾ ਵੀ ਸਾਨੂੰ ਡੈਸੀਮੇਟ ਕਰ ਦੇਣਗੇ। ਇਹਨਾਂ ਕੋਲ ਇੰਨੀ ਫਾਇਰ ਪਾਵਰ ਹੈ, ਇਹਨਾਂ ਕੋਲ ਇੰਨੇ ਟੈਂਕ ਨੇ, ਇਹਨਾਂ ਕੋਲ ਇੰਨੇ ਹਵਾਈ ਜਹਾਜ਼ ਨੇ, ਇੰਨੀ ਹੈਲੀਕਾਪਟਰ ਨੇ, ਅਸੀਂ 15 ਮਿੰਟ ਵੀ ਮੈਦਾਨ 'ਚ ਨਹੀਂ ਖੜੇ ਹੋ ਸਕਦੇ ਇਹਨਾਂ ਦੇ ਸਾਹਮਣੇ। ਅੱਛਾ, ਹੁਣ ਜੇ ਨਾਟੋ ਦੀ ਗੱਲ ਕਰੀਏ ਤਾਂ ਨਾਟੋ ਵਿੱਚ 30 ਦੇਸ਼ ਮੌਜੂਦ ਹੈਗੇ ਨੇ। ਪਹਿਲਾਂ ਅਮਰੀਕਾ ਨੇ ਕਿਹਾ ਵੀ ਯੂਕਰੇਨ ਤੇਰੇ ਨਾਲ ਆ, ਠੀਕ ਹੈ, ਜਿਸ ਤਰੀਕੇ ਦਾ ਤੂੰ ਸਟੈਂਡ ਲਏਗਾ ਮੈਂ ਤੇਰੇ ਨਾਲ ਸਟੈਂਡ ਲਊਂਗਾ। ਫਿਰ ਅਮਰੀਕਾ ਫਿਰ ਛੱਡ ਜਾਂਦਾ ਵਿੱਚੋਂ ਦੀ। ਹੁਣ ਉਹ ਕਹਿੰਦੇ ਮੈਂ ਹਥਿਆਰ ਸਪਲਾਈ ਕਰ ਰਿਹਾ। ਇਹ ਖਬਰ ਝੂਠੀ ਵੀ ਕੋਈ ਕਹਿ ਰਿਹਾ, ਕੋਈ ਸੱਚ ਵੀ ਕਹਿ ਰਿਹਾ। ਪਰ ਸਭ ਤੋਂ ਅਹਿਮ ਸਵਾਲ ਹੈ ਕਿ ਅਮਰੀਕਾ ਜਿੱਥੇ ਵੀ ਜਾਂਦਾ ਉਹ ਆਪਣੇ ਹਿੱਤ ਦੇਖਦਾ, ਉਹਨੂੰ ਦੁਸ਼ਮਣੀ ਜਾਂ ਦੋਸਤੀ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਉਹਦੇ ਆਪਦੇ ਹਿੱਤ ਹੈਗੇ ਨੇ ਤਾਂ ਠੀਕ ਹੈ, ਨਹੀਂ ਹੈਗੇ ਤਾਂ ਕੋਈ ਵੀ ਦੇਸ਼ ਨੂੰ ਮਦਦ ਦਊਗਾ। ਬਿਲਕੁਲ, ਮੈਂ ਤਾਂ ਉਹ ਪਹਿਲਾਂ ਸਭ ਕੁਝ ਕਹਿ ਚੁੱਕਿਆ ਕਿ ਉਹ ਤਾਂ ਉਹਦਾ ਆਪਦਾ ਇੰਟਰਸਟ ਵਾਚ ਕਰਨਾ ਹੈ ਕਿ ਮੈਨੂੰ ਕੋਈ ਫਾਇਦਾ ਹੈ, ਜੇ ਨਹੀਂ ਫਾਇਦਾ ਤਾਂ ਹੀ ਵਿਡਰੋਜ਼ ਬੈਕ। ਉਹ ਕਹਿੰਦਾ ਮੈਂ ਕੀ ਲੈਣਾ, 4 ਦਿਨ ਮੈਨੂੰ ਬੁਰਾ ਹੀ ਕਹਿ ਲੈਣਗੇ ਨਾ। ਜਿਹੜੇ ਯੂਕਰੇਨ ਵਿੱਚ ਮਰਦੇ ਨੇ ਇਸ ਸਮੇਂ ਆਮ ਨਾਗਰਿਕ, ਉਸ ਦਾ ਦੋਸ਼ੀ ਕੌਣ ਹੈ? ਅਸਲ 'ਚ ਦੋਸ਼ੀ ਕੌਣ ਹੈ? ਅਸਲ ਦੋਸ਼ੀ ਇਹ ਨਾਟੋ ਕੰਟਰੀਜ਼ ਨੇ ਸਾਰੇ, ਜਿਹੜੇ ਉਹਨੂੰ ਪੰਗਾ ਲੈ ਕੇ ਦਿੰਦੇ ਰਹੇ ਕਿ ਅਸੀਂ ਤੇਰੇ ਨਾਲ ਹਾਂ, ਹਮ ਆਏਂਗੇ। ਇਹ ਸਾਰੇ ਜਿਹੜੇ ਹੁਣ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬੜਾ ਬੋਲ ਰਿਹਾ, ਫਿਰ ਜਾਂਦੇ ਕਿਉਂ ਨਹੀਂ ਜੀ ਅੱਗੇ? ਕੀ ਹੋ ਜਾਏਗਾ ਉੱਥੇ ਤੁਸੀਂ ਜਾਓਗੇ? ਅਗਰ ਦੇਖੋ ਜਦੋਂ ਤੁਹਾਡੀ ਰਸ਼ੀਆ 2 ਲੱਖ 1.5 ਲੱਖ ਟਰੂਪਸ ਨਾਲ ਜਦੋਂ ਬੈਲਾਰੂਸ ਦੇ ਵਿੱਚ ਐਕਸਰਸਾਈਜ਼ ਕਰ ਰਿਹਾ ਸੀ, ਔਰ ਉਦੋਂ ਇਹਨਾਂ ਨੂੰ ਪਤਾ ਸੀ ਵੀ ਉਹਨੇ ਅਟੈਕ ਕਰਨਾ, ਔਰ ਇਹਨੇ ਕਹਿ ਵੀ ਦਿੱਤਾ 16 ਨੂੰ ਅਟੈਕ ਕਰੇਗਾ, ਇੰਨੇ ਨੂੰ ਅਟੈਕ ਕਰੇਗਾ। ਫਿਰ ਤੁਸੀਂ ਆਪਣੀਆਂ ਫੋਰਸਿਸ 2-3 ਲੱਖ ਕਿਉਂ ਨਹੀਂ ਭੇਜੀਆਂ ਯੂਕਰੇਨ ਦੇ ਵਿੱਚ? ਤੁਸੀਂ ਵੀ ਐਕਸਰਸਾਈਜ਼ ਬਹਾਨਾ ਲਾ ਲਓ ਵੀ ਵੀ ਐਕਸਰਸਾਈਜ਼ ਕਰ ਰਹੇ ਤਾਂ ਕਿ ਉਹਨੂੰ ਪਤਾ ਲੱਗੇ ਵੀ ਇਹਨਾਂ ਦੀਆਂ ਫੋਰਸਿਸ ਇੱਥੇ ਆਏ ਹੀ ਨਾ। ਤੁਸੀਂ ਉਹਨੂੰ ਐਕਸਾਈਟ ਕਰ ਕਰਕੇ ਇੱਥੋਂ ਤੱਕ ਲੈ ਆਂਦਾ ਕਿ ਉਹ ਦੇਖੋ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਤੁਹਾਡੇ ਪਾਵਰਾਂ ਦੇ ਲੜਾਈਆਂ, ਤੁਹਾਡੀਆਂ
ਵਰਲਡ ਪਾਵਰ ਕਿੰਨੇ ਬਣਨਾ ਕਿ ਕੋਈ ਪਾਵਰ ਕਿੰਨੇ ਬਣਨਾ। ਜਿਹੜੇ ਲੋਕ ਨੇ ਵਸਿੰਦੇ ਨੇ ਜਨਰਲ ਪਬਲਿਕ, ਉਹਨਾਂ ਦਾ ਕੀ ਕਸੂਰ ਹੈ? ਤੁਸੀਂ ਉਹਨਾਂ ਨੂੰ ਲਿਆ ਕੇ ਫਸਾ ਕੇ ਇੱਥੇ ਸੁੱਟ ਦਿੱਤਾ। ਦੇਖੋ ਤੁਸੀਂ ਦੇਖਿਆ ਕਿਵੇਂ ਰੋਂਦੇ ਲੋਕੀ ਅਫਗਾਨਿਸਤਾਨ, ਜਦੋਂ ਇਹਨਾਂ ਨੇ ਅਫਗਾਨਿਸਤਾਨ ਛੱਡਿਆ। ਇਹ ਜਦੋਂ ਉੱਥੇ ਗੌਰਮੈਂਟ ਸਥਾਪਿਤ ਕੀਤੀ ਹੋਈ ਹੈ ਅਫਗਾਨਿਸਤਾਨ ਦੇ ਵਿੱਚ, ਉਸ ਗੌਰਮੈਂਟ ਨਾਲ ਨਹੀਂ ਗੱਲ ਕਰ ਰਹੇ, ਇਹ ਤਾਲੀਬਾਨ ਨਾਲ ਗੱਲ ਕਰ ਰਹੇ ਨੇ ਕਿ ਤੇਰਾ ਇੱਥੇ ਕਬਜ਼ਾ ਕਰਾ ਦੇਂਗੇ, ਦੱਸ ਸਾਡੇ ਨਾਲ ਕਿਵੇਂ ਚੱਲੇਗਾ, ਆਹ ਕਿਵੇਂ ਕਰੇਗਾ। ਤਾਲੀਬਾਨ ਨਾਲ ਜਾ ਕੇ ਮੀਟਿੰਗਾਂ ਕਰ ਰਹੇ ਨੇ ਉੱਥੇ ਅਰੇਬੀਅਨ ਕੰਟਰੀ ਦੇ ਵਿੱਚ, ਤਾਲੀਬਾਨ ਨਾਲ ਸਮਝੌਤਾ ਕਰ, ਤਾਲੀਬਾਨ ਨੂੰ ਲਿਆ ਕੇ ਦੱਸ ਰਹੇ ਨੇ। ਔਰ ਤਾਲੀਬਾਨ ਨੂੰ ਲਿਆ ਕੇ ਤੇ ਬਿਲਕੁਲ ਵਾੜ ਦਿੱਤਾ ਤੇ ਤਾਲੀਬਾਨ ਨਾਲ ਸਮਝੌਤਾ ਕਰਕੇ ਹੁਣ ਤੂੰ ਸਾਨੂੰ ਨਾ ਹਵਾਈ ਅੱਡਾ ਕੈਪਚਰ ਕਰ ਦਿੱਤਾ ਤੇ ਹੁਣ ਤੂੰ ਹਵਾਈ ਅੱਡੇ ਤੋਂ ਸਾਡੇ ਫੋਰਸਿਸ ਨੂੰ ਬਾਹਰ ਕੱਢਣਾ ਤੇਰੀ ਜ਼ਿੰਮੇਵਾਰੀ ਹੈ। ਹਾਂ ਵੀ ਆਪਦੇ ਹਿੱਤ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਸੜਕ 'ਤੇ ਸੁੱਟ ਕੇ, ਸਾਰਾ ਅਫਗਾਨਿਸਤਾਨ ਨੂੰ ਉਹ ਵਾਪਸ ਉਸੇ ਗੰਦ 'ਚ ਸੁੱਟ ਕੇ ਆਪਣੇ ਆਪ ਚੁੱਕ ਕੇ ਬੋਰੀਆ ਬਿਸਤਰਾ ਘਰਾਂ ਨੂੰ ਵਾਪਸ ਆਏ। ਇਹੀ ਗੱਲ ਇਹਨਾਂ ਨੇ ਯੂਕਰੇਨ 'ਚ ਕੀਤੀ ਹੈ ਕਿ ਉਹਨੂੰ ਐਕਸਾਈਟ ਕਰੀ ਗਏ, ਅਸੀਂ ਤੇਰੇ ਨਾਲ, ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਅਤੇ ਉੱਧਰੋਂ ਰਸ਼ੀਆ ਨੂੰ ਇਹ ਸੀ ਕਿ ਮੈਂ ਤਾਂ ਮਤਲਬ ਇੰਨੀ ਪਲੈਨਿੰਗ ਨਾਲ ਉਹਨੇ ਐਕਸਾਈਜ਼ ਕੀਤੀ, ਪ੍ਰੈਕਟਿਸ ਕੀਤੀ, ਰਿਹਰਸਲ ਕੀਤੀ ਵੀ ਮੈਂ 4-5 ਦਿਨ ਦੇ ਵਿੱਚ ਇਹਨੂੰ ख़त्म कर दूंगा, ओवरटेक कर दूंगा या मैनू फौज सरेंडर कर दूगी। देखो ख़त्म तो नहीं कर सकता ना, आफ्टर ऑल 4.5 करोड़ बंदा है, उन्होंने ख़त्म तो नहीं ना किया जा सकता एटॉमिक बंब तो बिना। तो तुसीं यही समझते सी भी फौज सरेंडर कर दूगी, फौज नूं क्या सरेंडर कर दो, फौज ने सरेंडर नहीं किया। तुसीं 1 लाख फौज लैके जा रहे जे, 2 लाख तो उन्होंने ऑलरेडी बैठी है। ये वक्री गल है कि तुसीं उन्होंने 3 साइड तो अटैक किया और उन्होंने बड़े इंटैलीजेंटली किते भी ओपन लड़ाई नहीं दी इन्हों। अच्छा सर, हुण एक अहम सवाल है कि इंडिया के स्टूडेंट विद्यार्थी जो उत्थे गए ने पढ़न वास्ते वो फसे हुए ने, अलग अलग तरीके नाल एक जहाज़ गया, कुछ विद्यार्थी उत्थों लैके आया, इंडिया का जहाज़ गया सी, पर ਜਿਹੜੇ ਵਿਦਿਆਰਥੀ ਫਸੇ ਨੇ ਉੱਥੇ ਜਾ ਕੇ ਅਲੱਗ-ਅਲੱਗ ਸਟੇਟਮੈਂਟਾਂ ਵੀ ਆ ਜਾਂਦੀਆਂ ਨੇ। ਸਿਮਰਜੀਤ ਮਾਨ ਸਟੇਟਮੈਂਟ ਦਿੰਦੇ ਨੇ ਜਿਹੜੇ ਇੱਥੋਂ ਦੇ ਵਿਦਿਆਰਥੀ ਉੱਥੇ ਗਏ ਨੇ, ਜੇ ਉਹਨਾਂ ਨੇ ਨਮਕ ਖਾਧਾ ਯੂਕਰੇਨ ਦਾ, ਉਹ ਛੱਡ ਕੇ ਦੇਸ਼ ਵਾਪਸ ਨਾ ਆਉਣ, ਉੱਥੇ ਹਥਿਆਰ ਚੁੱਕ ਲੈਣ। ਫਿਰ ਇਸ ਬਿਆਨ ਉੱਪਰ ਜਾਂ ਇਸ ਬਿਆਨ ਨੂੰ ਲੈ ਕੇ ਅਲੱਗ-ਅਲੱਗ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ, ਕੋਈ ਕਹਿੰਦਾ ਠੀਕ ਹੈ, ਕੋਈ ਕਹਿੰਦਾ ਗਲਤ ਹੈ। ਤੁਸੀਂ ਸਿਮਰਜੀਤ ਮਾਨ ਨੂੰ ਸੀਰੀਅਸਲੀ ਲੈਂਦੇ ਜੇ? ਆਈ ਡੋਂਟ ਟੇਕ ਹਿਮ ਸੀਰੀਅਸਲੀ ਐਟ ਆਲ। ਉਹਦਾ ਕੀ ਪਤਾ ਕਦੋਂ ਉਹ ਕਹੇਗਾ ਅਮਰੀਕਾ 'ਤੇ ਅਟੈਕ ਕਰ ਦਿਓ, ਕਦੋਂ ਕਹੇਗਾ ਅਮਰੀਕਾ ਮੇਰਾ ਦੋਸਤ ਹੈ। ਉਹਦਾ ਕੋਈ ਤੁਸੀਂ ਨਹੀਂ ਕਰ ਸਕਦੇ। ਕਿਤੇ ਬੈਠਾ ਉਹਨਾਂ ਕਿਲ੍ਹਾ ਹਰਨਾਮ ਸਿੰਘ 'ਚ, ਉੱਥੇ ਉਹ ਸ਼ੇਰ ਬਣ ਜਾਂਦਾ ਅਤੇ ਉੱਥੇ ਉਹਨੇ ਕਹਿਤਾ। ਮੈਨੂੰ ਇਹ ਦੱਸੋ, ਉਹ ਬੱਚੇ ਪੜ੍ਹਨ ਵਾਸਤੇ ਗਏ ਨੇ, ਉਹ ਮੈਡੀਕਲ ਕਰ ਰਹੇ ਨੇ, ਕੋਈ ਫਾਈਨਲ ਈਅਰ 'ਚ, ਉਹਨਾਂ 'ਚ ਜ਼ਿਆਦਾ ਕੁੜੀਆਂ ਨੇ, ਉਹ ਹਥਿਆਰ ਫੜ ਲੈਣ ਉਹ ਦੂਜੇ ਮੁਲਕ 'ਚ ਜਾ ਕੇ। ਅਤੇ ਜੇ ਤੂੰ ਉਹਨੂੰ ਇੰਨਾ ਹੀ ਬਈ ਦਰਦ ਹੈ, ਜੇ ਤੂੰ ਇੰਨਾ ਹੀ ਖਿਲਾਫ ਹੈ ਰਸ਼ੀਆ ਦੇ ਜਾਂ ਕਿਸੇ ਦੇ, ਤੁਹਾਨੂੰ ਪਤਾ ਵੀ ਹੋ ਰਿਹਾ, ਤਾਂ ਫਿਰ ਐਂ ਕਰਨਾ ਇੱਕ ਚਾਰਟਰਡ ਪਲੇਨ ਲੈ, ਆਪਦੀ ਸਾਰੀ ਟੀਮ ਲੈ ਕੇ ਉੱਥੇ ਬਹਿ ਜਾ। ਕੋਈ ਲੀਡਰ ਤਾਂ ਚਾਹੀਦਾ ਨਾ, ਸਟੂਡੈਂਟ ਥੋੜ੍ਹੀ ਹਥਿਆਰ ਫੜ ਲੂਗਾ। ਤੂੰ ਜਾ ਕੇ ਲੀਡ ਕਰ, ਉਹਨਾਂ ਨੂੰ ਲੈ ਜਾ ਆਪਦੀ ਸਾਰੀ ਟੀਮ ਉੱਥੇ ਲੀਡ ਕਰ ਜਾ ਕੇ, ਅਤੇ ਹੋ ਸਕਦਾ ਮੁੰਡੇ ਵੀ ਤੇਰੇ ਨਾਲ ਤਿਆਰ ਹੋ ਜਾਣ ਉੱਥੋਂ ਦੇ ਜਿਹੜੇ ਹੈਗੇ। ਅਤੇ ਉਹ ਤਾਂ ਛੱਡ, ਤੇਰੇ ਨਾਲ ਲੱਖਾਂ ਯੂਕਰੇਨੀਅਨ ਯੂਥ ਹੀ ਤਿਆਰ ਹੋ ਜਾਏਗੀ। ਜਾ ਤੂੰ ਇੱਥੇ ਬਹਿ ਕੇ ਇਹੋ ਜਿਹੀਆਂ ਯੇਵਲੀਆਂ ਮਾਰ ਦੇਣੀਆਂ ਔਰ ਬਦਨਾਮ ਕਰਨਾ। ਦੇਖੋ ਅਸੀਂ, ਸਾਡਾ ਸਟੇਟਸ ਹੈ ਦੁਨੀਆ ਦੇ ਵਿੱਚ, ਸਾਡਾ ਸਟੇਟਸ ਹੈ, ਦੁਨੀਆ ਸਾਨੂੰ ਮੰਨਦੀ ਹੈ ਕਿ ਉਹਨਾਂ ਨੇ ਸਾਰਾਗੜੀ ਦਾ ਵੀ ਸੁਣਿਆ ਹੋਇਆ, ਉਹ ਸਾਰਾਗੜੀ ਹੋਈ ਉਹਨਾਂ ਦੇ ਜ਼ਮਾਨੇ ਸੀ, ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਜਿੱਥੇ ਸਟੈਂਡ ਕਰਦੇ ਨੇ ਇਹ ਕਦੀ ਵਾਪਸ ਨਹੀਂ ਭੱਜਦੇ, ਕਦੀ ਲੜਾਈ ਦਾ ਮੈਦਾਨ ਨਹੀਂ ਛੱਡਦੇ। ਔਰ ਇਹਨਾਂ ਦੇ ਲਿਖਿਆ ਤੇਗ ਤੇ ਇੱਕ ਫਤਿਹ, ਇਹ ਫਤਿਹ ਤੋਂ ਬਿਨਾਂ ਕਦੀ ਨਹੀਂ ਹਿਲਦੇ, ਮਰ ਜਾਣਗੇ ਲੇਕਿਨ ਫਤਿਹ ਤੋਂ ਬਿਨਾਂ ਹਿਲਦੇ ਨਹੀਂ। ਅਤੇ ਤੁਸੀਂ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਕਰੋ ਇੱਥੇ ਬਹਿ ਕੇ। ਅਤੇ ਮੈਨੂੰ ਤਾਂ, ਮੈਂ ਤਾਂ ਕੱਲ੍ਹ ਦਾ ਕਿਸੇ ਨੇ ਨਾ ਅੱਜ ਬੜਾ ਵਧੀਆ ਫੇਸਬੁੱਕ 'ਤੇ ਪਾਇਆ ਕਿ ਸਿਮਰਨਜੀਤ ਮਾਨ ਆਪਣੇ ਸਾਥੀਆਂ ਨਾਲ ਸਪੈਸ਼ਲ ਚਾਰਟਰਡ ਪਲੇਨ ਲੈ ਕੇ ਲੈਂਡ ਕਰ ਗਿਆ ਯੂਕਰੇਨ 'ਚ। ਅਤੇ ਮੈਂ ਤਾਂ ਕਹਿੰਦਾ ਜਾ ਬਈ ਉੱਥੇ ਜਾ ਕੇ ਯੂ ਲੀਡ, ਇੱਥੋਂ ਹੀ ਲੈ ਜਾ। ਇੱਥੇ ਵਾਧੂ ਨੇ ਆਪਣੇ ਕੋਲ ਅਨਐਮਪਲਾਇਡ ਯੂਥ ਹੈਗੀ ਹੈ, ਅਤੇ ਉਹਨਾਂ ਨੂੰ ਨਾਲੇ ਨੌਕਰੀਆਂ ਮਿਲ ਜਾਣਗੀਆਂ। ਅਗਰ ਤੂੰ ਨੌਕਰੀ ਸੱਚੀ ਮੁੱਚੀ ਦਵਾ ਸਕਦਾ ਯੂਕਰੇਨ ਦੇ ਵਿੱਚ, ਤਾਂ 1 ਲੱਖ ਬੰਦਾ ਵੀ ਜਾਣ ਨੂੰ ਤਿਆਰ ਹੈ। ਜਾ ਕਰੋ ਤਾਂ, ਅਸੀਂ ਇੱਥੇ ਬਿਆਨ ਦੇਣ ਦਾ ਕੀ ਫਾਇਦਾ। ਅੱਛਾ, ਹੁਣ ਸਰ ਜਿਸ ਕਨ ਬਿਆਨ ਹੋ ਰਿਹਾ ਹੈ ਇਸ, ਤੇ ਕੱਲ੍ਹ ਨੂੰ ਫਿਰ ਜੇ ਇਸ ਤਰੀਕੇ ਨਾਲ ਜੇ ਭਾਰਤ ਦੀ ਗੱਲ ਕਰ ਲਈ, ਕੱਲ੍ਹ ਨੂੰ ਕਿਉਂਕਿ ਭਾਰਤ ਅਟੈਕ ਕਰ ਦਿੰਦਾ ਅਤੇ ਫਿਰ ਕੱਲ੍ਹ ਨੂੰ ਭਾਰਤ ਵਿੱਚ ਵੀ ਹਥਿਆਰ ਚੱਕਣੇ ਪੈ ਜਾਣੇ ਨੇ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋ ਰਹੀ ਹੈ। ਸਾਡਾ ਮੁਲਕ ਹੈ, ਜੇ ਕੋਈ ਅਟੈਕ ਕਰੇਗਾ ਅਸੀਂ ਤਾਂ ਹਥਿਆਰ ਚੁੱਕਾਂਗੇ। ਅਸੀਂ ਹਥਿਆਰ ਕਿਉਂ ਨਹੀਂ ਚੁੱਕਾਂਗੇ? ਅਸੀਂ ਤਾਂ 78 ਸਾਲ ਦੇ ਹੋ ਗਏ ਹਾਂ, ਅਸੀਂ ਇਸ ਉਮਰ 'ਚ ਵੀ ਚੁੱਕਾਂਗੇ, ਕਿਉਂਕਿ ਸਾਡਾ ਮੁਲਕ ਹੈ,
ਸਾਡਾ ਦੇਸ਼ ਹੈ, ਸਾਡਾ ਪੰਜਾਬ ਹੈ, ਸਾਡੇ ਤਖਤ ਨੇ, ਸਾਡਾ ਗੋਲਡਨ ਟੈਂਪਲ ਹੈ, ਤੇ ਉਹਦੇ ਨਾਲੋਂ ਅਸੀਂ ਮਾਰੀ ਨਹੀਂ ਜਾਵਾਂਗੇ ਕਿ ਬਜਾਏ ਕਿ ਇੱਥੇ ਆ ਕੇ ਕੋਈ ਕਬਜ਼ਾ ਕਰੇ। ਬਿਲਕੁਲ ਚੁੱਕਾਂਗੇ ਹਥਿਆਰ। ਉਹਦੇ ਸਿਮਰਨਜੀਤ ਮਾਨ ਦੀ ਕੋਈ ਜ਼ਰੂਰਤ ਨਹੀਂ ਕਹਿਣ ਦੀ, ਲੋਕਾਂ ਨੇ ਆਪਣੇ ਆਪ ਹੀ ਚੁੱਕ ਲੈਣ। ਜਦੋਂ ਲੋਕੀ ਲੜਾਈ 'ਚੋਂ, ਤੁਹਾਨੂੰ ਨਹੀਂ ਪਤਾ 71 ਦੀ ਲੜਾਈ 'ਚੋਂ, 65 ਦੀ ਲੜਾਈ 'ਚੋਂ ਜਦੋਂ ਮਦਰਾਸੀ ਭੱਜੇ ਖੇਮਕਰਨ ਤੋਂ, ਤੇ ਭਾਈ ਸਾਹਿਬ ਲੋਕਾਂ ਨੇ ਹਥਿਆਰ ਖੋਲ੍ਹੇ ਸੀ ਉਹਨਾਂ ਦੇ। ਉਹ ਸਾਨੂੰ ਹਥਿਆਰ ਤਾਂ ਦੇ ਜਾਓ, ਤੁਸੀਂ ਜਾਓ, ਅਸੀਂ ਆਪੇ ਲੜ ਲਾਂਗੇ। ਤੇ ਉਹਨਾਂ ਨੂੰ ਰੋਟੀਆਂ ਖਵਾਉਂਦੇ ਸੀ ਉੱਥੇ, ਤੇ ਦੁੱਧ ਪਹੁੰਚਾਉਂਦੇ ਸੀ ਉੱਥੇ। ਤੇ ਮੈਂ ਉੱਥੇ ਇੱਕ ਅਫਸਰ, ਜਦੋਂ ਮੈਂ ਟ੍ਰੇਨਿੰਗ ਸੀਗਾ, ਤੇ ਜਿਹੜਾ ਸਾਡਾ ਪਲਟੂਨ ਕਮਾਂਡਰ ਸੀ ਉਹ ਉੱਥੇ ਲੜਿਆ ਸੀ, ਮਦਰਾਸੀ ਸੀਗਾ, ਉੱਥੇ ਲੜਿਆ ਸੀਗਾ ਉਹ ਲੜਾਈ। ਔਰ ਉਹ ਇੰਨਾ ਰਿਗਾਰਡ ਕਰਦਾ ਸੀ ਸਿੱਖਾਂ ਦਾ, ਕਿਸੇ ਵੀ ਸਿੱਖ ਨੂੰ ਰੈਲੀਗੇਟ ਨਹੀਂ ਸੀ ਹੋਣ ਦਿੰਦਾ। ਕਹਿੰਦਾ ਇਨਕੀ ਵਜ੍ਹਾ ਸੇ ਤਾਂ ਹਮ ਬਚੇ हैं। ਕਹਿੰਦਾ ਇੰਨੀ ਬਹਾਦਰ ਕੌਮ ਹੈ, ਇਹਨਾਂ ਨੂੰ ਰੈਲੀਗੇਟ ਕੀ ਕਰਨਾ। ਕਹਿੰਦਾ ਨਹੀਂ, ਅੰਗਰੇਜ਼ੀ ਆਉਂਦੀ ਤਾਂ ਨਾ ਸਹੀ, ਅੰਗਰੇਜ਼ੀ ਦਾ ਥੋੜ੍ਹੀ ਇਮਤਿਹਾਨ ਲੈਣਾ। ਕਹਿੰਦਾ ਮੈਂ ਦੇਖਿਆ, ਕਹਿੰਦਾ ਇਹਨਾਂ ਨੂੰ, ਇਹ ਤਾਂ ਡੰਡੇ ਫੜ ਕੇ ਵੀ ਲੜਨ ਆ ਗਏ ਸਾਡੇ ਨਾਲ। ਸੋ ਅਸੀਂ ਤਾਂ ਜੇ ਸਾਡੇ 'ਤੇ ਕੋਈ ਅਟੈਕ ਕਰੇਗਾ ਤੇ ਸਾਡਾ ਮੁਲਕ ਹੈ, ਅਸੀਂ ਕਿਉਂ ਨਹੀਂ ਹਥਿਆਰ ਚੁੱਕਾਂਗੇ। ਅੱਛਾ, ਮੈਂ ਪਹਿਲਾਂ ਵੀ ਇੰਟਰਵਿਊ ਕੀਤੇ ਨੇ, ਇੱਕ ਹੋਰ ਵੀ ਸ਼ਖਸ ਨੇ ਕਿਹਾ ਕਿ ਜੇ ਇਹ ਸਟੇਟਮੈਂਟ ਆ ਰਹੀ ਹੈ ਵੀ ਉਹ ਨੌਜਵਾਨ ਜਿਹੜੇ ਭਾਰਤ ਦੇ ਨੇ ਉੱਥੇ ਵੀ ਹਥਿਆਰ ਚੁੱਕ ਲੈਣ, ਪਰ ਉਹ ਪੜ੍ਹਨ ਗਏ ਨੇ, ਫੀਸਾਂ ਵਗੈਰਾ ਦਿੱਤੀਆਂ ਹੋਈਆਂ ਨੇ, ਲੱਖਾਂ ਰੁਪਏ 'ਚ ਫੀਸਾਂ ਦਿੱਤੀਆਂ ਹੋਈਆਂ ਨੇ, ਉਹ ਪੜ੍ਹਨ ਗਏ ਨੇ ਉੱਥੇ, ਉਹ ਫੌਜੀ ਦੀ ਟ੍ਰੇਨਿੰਗ ਲੈਣ ਨਹੀਂ ਗਏ ਵੀ ਜਿਹੜੇ ਹਥਿਆਰ ਚੁੱਕ ਲੈਣ। ਨਹੀਂ, ਪਰ ਉਹ ਕਿਉਂ ਹਥਿਆਰ ਚੁੱਕਣ? ਉਹਨਾਂ ਦਾ ਕੋਈ ਫਿਊਚਰ ਹੈ, ਉਹਨਾਂ ਦਾ ਕੋਈ ਏਮ ਹੈ, ਉਹ ਹਥਿਆਰ ਕਿਉਂ ਚੁੱਕਣ? ਉਹਦੇ ਕਿਹਦੇ ਵਾਸਤੇ ਹਥਿਆਰ ਚੁੱਕਣ? ਉੱਥੇ ਫੀਸਾਂ ਦੇ ਕੇ ਪੜ੍ਹ ਰਹੇ ਨੇ, ਉੱਥੇ ਖਰਚਾ ਕਰ ਰਹੇ ਨੇ। ਹਾਂ, ਅਗਰ ਸਾਡਾ ਮੁਲਕ ਹੁੰਦਾ ਤੇ ਅਸੀਂ ਉਸ ਮੁਲਕ ਦੇ ਵਾਸੀ ਹੁੰਦੇ, ਫਿਰ ਉਹਨਾਂ ਦੇ ਹਥਿਆਰ ਕੀ ਚੁੱਕਣੇ? ਅਸੀਂ ਇੱਥੋਂ ਵੀ ਚਲੇ ਜਾਂਦੇ ਸਾਰੇ। ਉਹ ਕੰਮ ਮਾਨ ਸਾਹਿਬ ਦਾ ਹੈ ਵੀ ਤੂੰ ਚੁੱਪ ਕਰਕੇ ਬੈਠਾ ਰਹਿ ਭਰਾ। ਉਹ ਬੱਚਿਆਂ ਨੂੰ ਵਾਪਸ ਆ ਜਾਂਦੇ, ਉਹਨਾਂ ਨੂੰ ਉਹ ਪੜ੍ਹਾਈ ਕਰਨ ਗਏ ਨੇ। ਤੇ ਇਹ ਕਹੇ ਵੀ ਉੱਥੇ ਸੀਜ਼ ਫਾਇਰ ਹੋਣੀ ਚਾਹੀਦੀ ਹੈ, ਲੜਾਈ ਨਹੀਂ ਹੋਣੀ ਚਾਹੀਦੀ। ਉੱਧਰ ਦੂਜੇ ਪਾਸੇ ਚੱਲ ਹਥਿਆਰ ਚੁਕਵਾ ਰਿਹਾ ਉਲਟਾ ਕਿ ਰਸ਼ੀਆ ਸ਼ੁੱਡ ਸਟਾਪ ਦਿਸ ਫਾਈਟ, ਇਨੋਸੈਂਟ ਪੀਪਲ ਆਰ ਬੀਇੰਗ ਬੁਚਰਡ, ਦੇ ਸ਼ੁੱਡ ਨਾਟ। ਉਹਨਾਂ ਨੂੰ ਸਟਾਪ ਕਰੋ, ਇਹ ਲੜਾਈ ਨਹੀਂ ਹੋਣੀ ਚਾਹੀਦੀ। ਜੋ ਵੀ ਹੈ ਟੇਬਲ 'ਤੇ ਬਹਿ ਕੇ ਗੱਲ ਕਰ ਲਓ। ਨਾਟੋ 'ਚ ਨਹੀਂ ਜਾਣਾ ਤੇ ਉਹ ਨਹੀਂ ਜਾਊਗਾ, ਜੇ ਜਾਣਾ ਤੇ ਜਾਏਗਾ, ਤੇ ਉੱਥੇ ਬਹਿ ਕੇ ਗੱਲ ਕਰ ਲਓ ਵੀ ਜੇ ਤੂੰ ਨਾਟੋ 'ਚ ਗਿਆ ਤੇ ਮੈਂ ਤਾਂ ਨਹੀਂ ਵਾਪਸ ਆਉਂਦਾ। ਫਿਰ ਲੜਾਈ ਹੋਏਗੀ ਕਿ ਉਹਨਾਂ ਸੀਜ਼ ਫਾਇਰ ਕਰਕੇ ਲੋਕਾਂ ਨੂੰ ਚਾਂਸ ਤਾਂ ਦਿਓ ਨਾ ਉੱਥੇ। ਅੱਛਾ, ਅਖੀਰਲੀ ਗੱਲ ਟੇਬਲ 'ਤੇ ਬੈਠ ਕੇ ਹੋਏਗੀ। ਕੋਈ ਵੀ ਸੋਲੂਸ਼ਨ ਜਿਹੜਾ ਉਹ ਗੱਲ ਤਾਂ ਟੇਬਲ 'ਤੇ ਨਿਪਟਦੀ ਹੈ। ਲੜਾਈਆਂ 'ਚ ਤਾਂ ਕਦੀ ਕੋਈ ਫੈਸਲੇ ਹੁੰਦੇ ਨਹੀਂ। ਲੜਾਈ ਤਾਂ ਵਧਾ ਲਓ ਜਿੰਨੀ ਮਰਜ਼ੀ, ਨੈਗੋਸੀਏਸ਼ਨ ਤਾਂ ਟੇਬਲ 'ਤੇ ਹੋਏਗੀ। ਉਹ ਕਿੰਨੀ ਜਲਦੀ ਹੁੰਦੀ ਹੈ, ਕਿਉਂਕਿ ਅਜੇ ਕੋਈ ਵੀ ਬੰਦਾ ਇੰਟਰਸਟਿਡ ਹੈ ਨਹੀਂ ਨੈਗੋਸੀਏਸ਼ਨ 'ਚ। ਯੂਰਪਨ ਯੂਨੀਅਨ ਇੰਟਰਸਟਿਡ ਹੈ ਨਹੀਂ, ਨਾਟੋ ਇੰਟਰਸਟਿਡ ਹੈ ਨਹੀਂ, ਅਮਰੀਕਾ ਇੰਟਰਸਟਿਡ ਹੈਗੀ ਨਹੀਂ, ਬਿਲਕੁਲ ਵੀ। ਉਹ ਕਹਿੰਦੇ ਤੁਹਾਨੂੰ ਹਥਿਆਰ ਦੇਵਾਂਗੇ, ਅਸੀਂ ਹਥਿਆਰ ਦੇਵਾਂਗੇ। ਉਧਰ ਦੇ ਪਾਸੇ ਕੋਈ ਨਹੀਂ ਜਾ ਰਿਹਾ ਕਿ ਪੁਟਿਨ ਨਾਲ ਗੱਲ ਕਰੋ, ਬਈ ਤੈਨੂੰ ਜੋ ਚਾਹੀਦਾ ਦੱਸ, ਕੀ ਚਾਹੀਦਾ। ਨਹੀਂ ਲੈਂਦੇ ਅਸੀਂ ਨਾਟੋ 'ਚ ਯਾਰ, ਜਾ। ਕਮ ਸੇ ਕਮ ਜਿਹੜੇ ਲੋਕ ਮਰਨ ਨੇ ਉਹ ਲੋਕ ਤਾਂ ਨਾ ਮਰਨ। ਲੋਕ ਨਾ ਮਰਨ। ਦੇਖੋ ਸਾਰਾ ਕੰਟਰੀ ਡਿਸਟਰਾਏ ਹੋ ਰਿਹਾ, ਲੋਕ ਨਾ ਮਰਨ। ਉਹਨਾਂ ਦੀਆਂ ਸਾਰੀਆਂ ਪ੍ਰੋਪਰਟੀਆਂ ਡਿਸਟਰਾਏ ਹੋ ਗਈਆਂ, ਉਹਨਾਂ ਦੇ ਬਿਜ਼ਨਸ ਡਿਸਟਰਾਏ ਹੋ ਗਏ। ਉਹਨਾਂ ਨੂੰ ਤੁਸੀਂ ਨੰਗ ਮਲੰਗ ਕਰਕੇ ਸੜਕਾਂ 'ਤੇ ਬਿਠਾ ਦਿੱਤਾ, ਤੇ ਕਿੱਡਾ ਵੱਡਾ ਨੁਕਸਾਨ ਹੈ। ਉਸ ਪਾਸੇ ਕੋਈ ਨਹੀਂ ਚੱਲ ਰਿਹਾ ਅਜੇ ਤੱਕ। ਸਾਡੇ ਪ੍ਰਧਾਨ ਮੰਤਰੀ ਨੇ ਸੁਣਿਆ, ਗੱਲਬਾਤ ਕੀਤੀ ਹੈ, ਫਿਰ ਉਹਦਾ ਕੀ ਅਸਰ ਹੋਇਆ? ਹੋਣਾ ਚਾਹੀਦਾ ਸੀ ਕੋਈ ਨਾ ਕੋਈ ਅਸਰ ਵੀ, ਠੀਕ ਹੈ ਜੇ ਉਹ, ਕਿਉਂਕਿ ਤੁਸੀਂ ਉਹਦੇ ਨਾਲ ਵੀ ਇਨ ਟੱਚ ਜੇ। ਯੂਕਰੇਨ ਦੇ ਪ੍ਰਾਈਮ ਮਿਨਿਸਟਰ ਦਾ ਵੀ ਤੁਹਾਨੂੰ ਟੈਲੀਫੋਨ ਆ ਗਿਆ, ਉਹਨਾਂ ਨਾਲ ਵੀ ਇਨ ਟੱਚ ਜੇ। ਹੁਣ ਤਾਂ ਕੋਈ ਨਾ ਕੋਈ ਨੈਗੋਸੀਏਸ਼ਨ ਹੋਣੀ ਚਾਹੀਦੀ ਸੀ, ਜਾਂ ਇੰਟਰਫੇਅਰ ਹੋਣਾ ਚਾਹੀਦਾ ਸੀ। ਮੇਰੇ ਖਿਆਲ ਦੋਨੋਂ ਹੀ ਪਾਰਟੀਆਂ ਜਿਹੜੀਆਂ ਡੈਮਨ ਨੇ ਨਹੀਂ ਮੰਨ ਰਹੀਆਂ ਹੋਣੀਆਂ ਟੇਬਲ 'ਤੇ ਆਉਣ ਨੂੰ। ਅਜੇ ਆ ਜਾਣਗੇ 2-4 ਦਿਨਾਂ ਤੱਕ, ਆਉਣਾ ਤਾਂ ਟੇਬਲ 'ਤੇ ਪਏਗਾ। ਕਿਉਂਕਿ ਜਿਸ ਹਾਲਾਤ ਦੇ ਵਿੱਚ ਲੜਾਈ ਵੜ ਗਈ ਹੈ, ਰਸ਼ੀਆ ਵਾਸਤੇ ਕੋਈ ਇੰਨਾ ਔਖਾ ਨਹੀਂ ਹੋ ਗਿਆ ਕਿ ਰਾਤੋਂ ਰਾਤ ਟੇਕ ਓਵਰ ਕਰ ਲਏਗਾ। ਕਿਉਂਕਿ ਜਦੋਂ ਮਰਨ ਮਰਾਨ 'ਤੇ ਬੰਦਾ ਆ ਜਾਏ ਨਾ, ਤੇ ਫਿਰ 2 ਲੱਖ ਬੰਦੇ ਨਾਲ ਲੜਨਾ ਇੰਨਾ ਸੌਖਾ ਨਹੀਂ ਹੈਗਾ। ਬਿਲਟ-ਅਪ ਏਰੀਏ 'ਚ 5 ਸਾਲ ਵੀ ਲੱਗ ਸਕਦੇ ਆ ਕੱਢਣ ਵਾਸਤੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਕੈਪਟਨ ਚੰਨਣ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਕੈਪਟਨ ਰਹਿ ਚੁੱਕੇ ਨੇ, ਪਤਾ ਹੁੰਦਾ ਵੀ ਕਿਸ ਤਰੀਕੇ ਨਾਲ ਟੇਬਲ 'ਤੇ ਬੈਠ ਕੇ ਗੱਲ ਹੁੰਦੀ ਹੈ, ਕਿਸ ਤਰੀਕੇ ਨਾਲ ਫੌਜ ਜੋ ਹੈ ਉਹ ਅੱਗੇ ਵਧਦੀ ਹੈ, ਕਾਰਵਾਈਆਂ ਕਿਸ ਤਰੀਕੇ ਨਾਲ ਹੁੰਦੀਆਂ ਨੇ। ਦੁਨੀਆ ਦੀ ਕੋਈ ਵੀ ਲੜਾਈ ਹੈ, ਉਸ ਦਾ ਅਖੀਰਲਾ ਹੱਲ ਟੇਬਲ 'ਤੇ ਹੀ ਨਿਕਲਿਆ। ਜਿੰਨਾ ਲੰਬਾ ਯੁੱਧ ਚੱਲੂਗਾ, ਓਨੇ ਹੀ ਜ਼ਿਆਦਾ ਲੋਕ ਮਰਨਗੇ। ਕਿਸੇ ਵੀ ਨਤੀਜੇ ਦਾ ਹੱਲ ਲੜਾਈ ਨਹੀਂ ਹੋ ਸਕਦੀ।